ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਗਰਮੀਆਂ ਤੇ ਅਕਾਲੀ ਦਲ ਵੱਲੋਂ ਜੋਸ਼ੀਨਗਰ ਦੇ ਵਿੱਚ ਕੀਤੀ ਗਈ ਮੀਟਿੰਗ। ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਗਰੇਵਾਲ ਤੇ ਹਰਭਜਨ ਸਿੰਘ ਡੰਗ ਰਹੇ ਮੌਜੂਦ। ਆਗੂਆਂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ। ਬਦਲਦੇ ਮੌਸਮ ਤੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਦਿੱਤੀ ਚੇਤਾਵਨੀ। ਕਿਹਾ ਠੰਡ ਦੇ ਮੌਸਮ ਦਾ ਹੋਇਆ ਆਗਾਜ਼, ਝੋਨੇ ਦੀ ਕਟਾਈ ਵੀ ਹੋ ਸਕਦੀ ਹੈ ਲੇਟ। ਬਦਲਦੇ ਮੌਸਮ ਨੇ ਵਧਾਈ ਕਿਸਾਨਾਂ ਦੀ ਚਿੰਤਾ। ਝੋਨੇ ਦੀ ਕਟਾਈ ਨਾ ਹੋਣ ਕਾਰਨ ਕੰਬਾਈਨ ਮਾਲਕ ਵੀ ਪਰੇਸ਼ਾਨ। ਨੈਟ ਪਲੱਸ ਤੇ ਫਾਸਟਵੇ ਦੇਵੇਗਾ ਘਰ ਘਰ ਸਸਤੀ ਇੰਟਰਨੈਟ ਸੇਵਾ। 5 ਰੁਪਏ ਦੇ ਕੂਪਨ ਦੇ ਨਾਲ ਮਿਲ ਸਕਦੀ ਹੈ ਮਲਟੀ ਨੈਟ ਸਰਵਿਸ। ਕੇਂਦਰ ਦੀ ਸਕੀਮ ਦੇ ਤਹਿਤ ਮਿਲੇਗਾ ਲੋਕਾਂ ਨੂੰ ਅਨਲਿਮਿਟਿਡ ਇੰਟਰਨੈਟ। ਸਮਰਾਲਾ ਦਾ ਨੌਜਵਾਨ ਕਿਸਾਨ ਬਣਿਆ ਮਿਸਾਲ। 3 ਸਾਲਾਂ ਤੋਂ ਡਰੈਗਨ ਫਰੂਟ ਦੀ ਕਰ ਰਿਹਾ ਹੈ ਖੇਤੀ। ਘੱਟ ਲਾਗਤ ਦੇ ਨਾਲ ਕਮਾ ਰਿਹਾ ਹੈ ਵੱਧ ਮੁਨਾਫਾ। ਰਾਏਕੋਟ ਦੇ ਪਿੰਡ ਬਸੀਆਂ ਦੀ ਬਿਰਧ ਦੀ ਦਰਦਨਾਕ ਕਹਾਣੀ। ਪਤੀ ਤੇ ਪੁੱਤਰ ਦੀ ਮੌਤ ਤੋਂ ਬਾਅਦ ਅੱਤ ਦੀ ਗਰੀਬੀ ਕੱਟਣ ਨੂੰ ਹੈ ਮਜਬੂਰ। ਬਜ਼ੁਰਗ ਦੀ ਹਾਲਤ ਸਰਕਾਰ ਦੀ ਕਾਰਗੁਜ਼ਾਰੀ ਤੇ ਖੜੇ ਕਰਦੀ ਹੈ ਵੱਡੇ ਸਵਾਲ। ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ। ਬਾਬਾ ਸਾਹਿਬ ਦਲਿਤ ਫੋਰਸ ਦੇ ਵੱਲੋਂ ਉਪਰਾਲਾ। ਵਿਧਾਇਕ ਸੁਰਿੰਦਰ ਡਾਬਰ ਤੇ ਰਾਕੇਸ਼ ਪਾਂਡੇ ਰਹੇ ਮੌਜੂਦ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਲਿਆ ਹਿੱਸਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕਿਸਾਨਾਂ ਵੱਲੋਂ ਲਖੀਮਪੁਰ ਖੀਰੀ ਘਟਨਾ ਤੋਂ ਬਾਅਦ ਇਨਸਾਫ ਦੀ ਮੰਗ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ, ਜਿਸ ਦੌਰਾਨ ਕਿਸਾਨਾਂ ਦੇ ਵੱਲੋਂ 10 ਵਜੇ ਤੱਕ ਰੇਲ ਟਰੈਕ ਜਾਮ ਕੀਤੇ ਗਏ। ਇਸ ਦੌਰਾਨ ਹਾਲਾਂਕਿ ਆਵਾਜਾਈ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਤੇ ਇਸੇ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ ਤੇ ਵੀ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ, ਜਿਸ ਦੌਰਾਨ ਆਮ ਲੋਕ ਖੱਜਲ ਖੁਆਰ ਹੁੰਦੇ ਨਜ਼ਰ ਆਏ। ਤੇ ਇਸ ਦੌਰਾਨ ਆਮ ਲੋਕਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਵੱਲੋਂ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਨਾ ਚਾਹੀਦਾ ਹੈ, ਨਾ ਕਿ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਚਾਹੀਦਾ ਹੈ। ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਕਤਲੇਆਮ ਦੀ ਘਟਨਾ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਇਹ ਜਿਹੜਾ ਅੱਜ ਸੰਘਰਸ਼ ਕੀਤਾ ਜਾ ਰਿਹਾ। ਟ੍ਰੇਨਾਂ ਰੋਕੀਆਂ ਜਾ ਰਹੀਆਂ 10 ਤੋਂ 4 ਵਜੇ ਤੋਂ। ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਇਹ ਜਿਹੜਾ ਇਸ ਟਾਈਮ 9 ਤੋਂ ਵੱਧ ਜਿਹੜੀਆਂ ਗੱਡੀਆਂ ਇੱਥੇ ਖੜੀਆਂ ਨੇ। ਇਹ ਇੱਥੇ ਇਹ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਨੇ। ਪੈਸੇਂਜਰ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ। ਤੁਸੀਂ ਦੇਖ ਸਕਦੇ ਹੋ ਉਹ ਕਾਫੀ ਰਸ਼ ਹੈਗਾ ਕਿਤੇ ਨਾ ਕਿਤੇ। ਇਹ ਜਿਸ ਤਰ੍ਹਾਂ ਨਾਲ ਪਹਿਲਾਂ ਹੀ ਜਿਹੜੀ ਕਾਲ ਦਿੱਤੀ ਗਈ ਸੀ ਕਿਸਾਨ ਮੋਰਚੇ ਵੱਲੋਂ, ਪਰ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਕੋਈ ਗੱਡੀਆਂ ਪਹਿਲਾਂ ਪੈਸੇਂਜਰਸ ਨੂੰ ਨਹੀਂ ਕਿ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਇੱਥੇ ਖੜੇ ਹੋ? ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ खड़े होने से? खड़े होते सर 2 घंटा हो गए यहाँ पे वेट करते करते। क्या बताया था कभी किसी सरकार की तरफ से आपको, पहले प्रशासन की तरफ से? सर प्रशासन के था कि 18 तारीख को कैंसिल होगा, या तो कैंसिल करना चाहिए, उसे टाइम देना नहीं देर, जो पैसेंजर को तकलीफ हो रहा है ये पहले ही पता होना चाहिए हमें। ऐसा होना चाहिए या ना होना चाहिए? होना चाहिए कैंसिल। जैसे किसान प्रोटेस्ट कर रहे हैं अपनी मांगों को लेकर, आपको दिक्कत आ रही है, इस तरह से ये प्रोटेस्ट ऐसे होने चाहिए या नहीं होने चाहिए? क्या नहीं सर ऐसा नहीं होना चाहिए सर। जो अपने किसान भाई का जो अपना मतलब जो मांगे है वो देना नहीं क्लियर करनी चाहिए उनके लिए, तभी सॉल्व हो सकता है। सरकार पूरी ढीठ आ, ये पूरी तरह ढीठ आ क्योंकि साडी जो जद्दोजहद है ये जारी रहूगी। परमात्मा ते पूरा थानू परमात्मा ते विश्वास है, भरोसा वा, क्योंकि हक सच की लड़ाई असीं लड़ रहे हैं ते जो सच है ना ਉਹਦੀ ਹਮੇਸ਼ਾ ਜਿੱਤ ਹੀ ਹੁੰਦੀ ਹੈ, ਚਾਹੇ ਦੇਰ ਬਾਅਦ ਹੀ ਹੋਵੇ। ਲੱਗਦਾ ਅੱਜ ਕਿੰਨੇ ਵਜੇ ਤੱਕ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ? ਜਿਸ ਤਰ੍ਹਾਂ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਕਹਿਣਗੇ, ਜਿਸ ਤਰ੍ਹਾਂ ਕਹਿ ਰਹੇ ਨੇ ਕਿ 4 ਵਜੇ ਤੱਕ ਆ, 4 ਵਜੇ ਤੱਕ। ਜੇ ਰਾਤ ਨੂੰ ਵੀ ਕਹਿਣਗੇ ਤਾਂ ਅਸੀਂ ਰਾਤ ਨੂੰ ਵੀ ਇੱਥੇ ਹੀ ਰਹਾਂਗੇ। ਲੱਗਦਾ ਨਹੀਂ ਵੀ ਘਰਾਂ ਦੇ ਕੰਮ ਕਰ ਛੱਡ ਕੇ ਬੀਬੀਆਂ ਇੱਥੇ ਆਈਆਂ ਨੇ? ਕੋਈ ਗੱਲ ਨਹੀਂ ਤੇ ਜਿਹੜੇ ਸਾਡੇ ਸਾਥੀ ਵਿਛੜ ਗਏ ਕੰਮ ਤਾਂ ਉਹਨਾਂ ਦੇ ਵੀ ਸੀ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਕੀਤੀ ਗਈ ਹੈ, ਜਿਸ ਸੰਬੰਧ ਵਿੱਚ ਅਸੀਂ ਰੇਲਵੇ ਸਟੇਸ਼ਨ ਤੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਸਿਕਿਉਰਿਟੀ ਅਰੇਂਜਮੈਂਟ ਕੀਤੇ, ਜਿੱਥੇ ਮਤਲਬ ਕਾਫੀ ਫੋਰਸ ਲਗਾਈ ਹੈ, ਕਿਸੇ ਤਰੀਕੇ ਦਾ ਕੋਈ ਅਣਸੁਖਾਵੀ ਘਟਨਾ ਨਾ ਹੋ ਸਕੇ, ਇਸ ਲਈ ਸੁਰੱਖਾ ਪ੍ਰਬੰਧ ਵਧੀਆ ਕੀਤੇ ਗਏ।
ਖੰਨਾ ਵਿਖੇ ਸਾਬਕਾ ਮੰਤਰੀ ਅਨਿਲ ਜੋਸ਼ੀ ਸੀਨੀਅਰ ਨੇਤਾ ਅਨਿਲ ਦੱਤ ਫੱਲੀ ਦੇ ਘਰ ਪਹੁੰਚੇ, ਜਿੱਥੇ ਅਨਿਲ ਦੱਤ ਫੱਲੀ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਤੇ ਮੋਹਰ ਲਾਈ ਗਈ। ਇਸ ਮੌਕੇ ਅਨਿਲ ਜੋਸ਼ੀ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਹੀ ਖੁਦ ਸੁਖਬੀਰ ਬਾਦਲ ਚੰਡੀਗੜ੍ਹ ਵਿਖੇ ਅਨਿਲ ਦੱਤ ਫੱਲੀ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਉਣਗੇ। ਤੇ ਇਸ ਮੌਕੇ ਅਨਿਲ ਦੱਤ ਫੱਲੀ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਤੋਂ ਤੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੇ ਲਈ ਕੰਮ ਕਰਨਗੇ। ਆਮ ਆਦਮੀ ਪਾਰਟੀ ਦੇ ਵਿੱਚ ਮੈਂ ਤਕਰੀਬਨ 5 ਸਾਲ ਬੜੀ ਇਮਾਨਦਾਰੀ ਨਾਲ ਕੱਟੇ। ਸ਼ਹਿਰ ਦੇ ਹਰ ਬੰਦੇ ਨੂੰ ਪਤਾ ਕਿ ਮੈਂ ਕੋਈ ਕਰੈਕਟਰਲੈਸ ਨਹੀਂ, ਕੋਈ ਪੈਸੇ ਖਾਣ ਵਾਲਾ ਬੰਦਾ ਨਹੀਂ, ਹਰ ਬੰਦੇ ਨਾਲ ਖੜਨ ਵਾਲਾ। ਆਮ ਆਦਮੀ ਪਾਰਟੀ ਨੇ ਜਦੋਂ ਮੈਂ 17 ਦੇ ਵਿੱਚ ਇਲੈਕਸ਼ਨ ਲੜਿਆ, ਉਸ ਤੋਂ ਬਾਅਦ ਮੈਨੂੰ ਹਲਕਾ ਇੰਚਾਰਜ ਬਣਾਇਆ ਔਰ 2000 ਔਰ ਮੈਂ ਪਾਰਟੀ ਦੇ NRE ਦੇ ਕਹਿਣ ਦੇ ਬਾਵਜੂਦ ਜਾਂ ਦੂਜੇ ਖਹਿਰਾ ਗਰੁੱਪ ਦੇ ਕਹਿਣ ਦੇ ਬਾਵਜੂਦ ਵੀ ਮੈਂ ਪਾਰਟੀ ਨਹੀਂ ਛੱਡੀ। ਜਦੋਂ 2020 ਦੇ ਵਿੱਚ ਪਾਰਟੀ ਦਿੱਲੀ ਜਿੱਤ ਗਈ, ਇਹਨਾਂ ਦੇ ਵਿੱਚ ਹੰਕਾਰ ਆ ਗਿਆ। ਇਹਨਾਂ ਨੇ ਮੈਨੂੰ 2020 ਤੋਂ ਹੀ ਮੈਨੂੰ ਤੰਗ ਕਰਨਾ ਸ਼ੁਰੂ ਕਰਤਾ ਔਰ ਮੇਰੇ ਤੋਂ ਪੈਸੇ ਡਿਮਾਂਡ ਕੀਤੀ। ਮੈਂ ਪ੍ਰੂਫ ਵੀ ਦਿੱਤੇ ਆ। ਆਮ ਆਦਮੀ ਪਾਰਟੀ ਚੋਂ ਪਿਛਲੀ ਵਾਰੀ ਇਲੈਕਸ਼ਨ ਲੜੇ ਸੀ, ਮੇਰਾ ਖਿਆਲ ਹੈ ਸੈਕੰਡ ਆਏ ਸੀ, 35,000 ਕੁਛ 99 ਸ਼ਾਇਦ ਵੋਟਾਂ ਪਈਆਂ ਸੀ ਇਹਨਾਂ ਨੂੰ। ਤੇ ਬਹੁਤ ਵਧੀਆ ਰੈਪੂਟੇਸ਼ਨ ਹੈ ਇਹਨਾਂ ਦੀ। ਮੈਂ ਕਿਉਂਕਿ ਜਦੋਂ ਮੈਂ ਮਿਨਿਸਟਰ ਸੀ ਇਹ ਭਾਰਤੀ ਜਨਤਾ ਪਾਰਟੀ 'ਚ ਹੀ ਸੀਗੇ ਤੇ ਦੋ ਕਿਉਂਕਿ ਇਲੈਕਸ਼ਨਾਂ ਇਹਨਾਂ ਨੇ ਲੜੀਆਂ ਉਸ ਟਾਈਮ ਤੇ ਭਾਰਤੀ ਜਨਤਾ ਪਾਰਟੀ ਤੋਂ ਨਿਸ਼ਕਾਸਤ ਇਹਨਾਂ ਨੂੰ ਕਰ ਦਿੱਤਾ ਗਿਆ ਸੀ ਕਿਉਂਕਿ ਇਹਨਾਂ ਨੇ ਆਪਣੀ ਵਾਈਫ ਨੂੰ ਆਜ਼ਾਦ ਖੜੇ ਕੀਤਾ ਸੀ। ਲੁਧਿਆਣਾ ਪੱਛਮੀ ਵਿਖੇ ਕਾਂਗਰਸ ਨੂੰ ਇਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਤੇ ਵਾਰਡ ਨੰਬਰ 77 ਤੋਂ ਕੌਂਸਲਰ ਮਨਦੀਪ ਕੌਰ ਘੁੰਮਣ ਤੇ ਉਹਨਾਂ ਦੇ ਪਤੀ ਦਵਿੰਦਰ ਸਿੰਘ ਘੁੰਮਣ ਭਾਜਪਾ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ। ਦੋਵੇਂ ਆਗੂਆਂ ਨੇ ਕਿਹਾ ਕਿ ਉਹ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਕਿਹਾ ਕਿ ਭਾਜਪਾ ਦੇ ਵੱਲੋਂ ਕਿਸਾਨਾਂ ਦੇ ਲਈ ਅਪਣਾਏ ਜਾ ਰਹੇ ਵਤੀਰੇ ਦੇ ਕਾਰਨ ਉਹਨਾਂ ਨੂੰ ਹਰ ਜਗ੍ਹਾ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਤੇ ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹੇ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਦੋਵੇਂ ਹੀ ਆਗੂਆਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ BSF ਦਾ ਦਾਇਰਾ ਵਧਾਉਣ ਤੋਂ ਬਾਅਦ ਅੱਧਾ ਪੰਜਾਬ BSF ਤੇ ਕੇਂਦਰ ਦੇ ਕੋਲ ਚਲਾ ਗਿਆ, ਜੋ ਕਿ ਬੜਾ ਹੀ ਨਿੰਦਣਯੋਗ ਹੈ ਤੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧ ਕੀਤਾ ਗਿਆ। ਜੋ ਸਰਕਾਰ ਕਾਂਗਰਸ ਸਰਕਾਰ ਨੇ ਚੰਨੀ ਜੀ ਨੇ ਜਾ ਕੇ ਆਪਣਾ ਅਮਿਤ ਸ਼ਾਹ ਜੀ ਦੇ ਨਾਲ ਮਿਲ ਕੇ ਇਹ ਜਿਹੜਾ ਅਪਰੂਵ ਕਰਾਇਆ ਆ ਕੰਮ 50 ਕਿਲੋਮੀਟਰ ਦਾ ਏਰੀਆ ਵਾਲਾ, ਇਹ ਬਿਲਕੁਲ ਨਜਾਇਜ਼ ਆ। ਇਹ ਨਜਾਇਜ਼ ਇਸ ਤਰ੍ਹਾਂ ਵੀ ਇੱਕ ਕਿਸਮ ਦੀ ਤਾਂ ਇਹ ਅੱਧਾ ਪੰਜਾਬ 50 ਕਿਲੋਮੀਟਰ 'ਚ ਆ ਜਾਂਦਾ, 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ 'ਚ ਅੱਜ ਇਹ ਅੱਧੇ ਪੰਜਾਬ ਦੇ ਵਿੱਚ ਐਮਰਜੈਂਸੀ ਵਾਂਗੂ ਇਹ ਕਰਤਾ। ਸਰ ਇਹਦੇ 'ਚ ਜਿਹੜਾ ਮੌਲਿਕ ਅਧਿਕਾਰ ਆ ਸਾਰਾ ਖਤਮ ਹੋ ਰਿਹਾ। ਇਹ ਜਿਹੜੀਆਂ ਪਾਰਟੀਆਂ ਹੈਗੀਆਂ ਵਾ ਆਪਣੇ ਕੁਰਸੀ ਪਾਰਟੀਆਂ ਵਾ, ਸਾਡੇ ਜਿਹੜੇ ਪੰਜਾਬ ਨੂੰ ਇਹ ਵੰਡਿਆ ਜਾ ਰਿਹਾ ਵਾ। ਦੇਖੋ ਤੁਸੀਂ 15 ਕਿਲੋਮੀਟਰ ਪਹਿਲਾਂ ਵੀ ਸੀਗਾ, ਜਿਹੜਾ 50 ਕਿਲੋਮੀਟਰ ਕਰਕੇ ਜਿੰਨਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਸਾਰਾ ਇਹਨਾਂ ਨੇ ਸੈਂਟਰ ਨੇ ਆਪਣੇ ਅੰਡਰ ਲੈ ਲਿਆ ਹੈਗਾ। ਇਹ ਬੜੀ ਮਾੜੀ ਗੱਲ ਹੈਗੀ ਆ। ਅੱਜ ਇਹ ਇੱਥੇ ਤੱਕ ਪਹੁੰਚਿਆ, ਕੱਲ੍ਹ ਨੂੰ ਹੋਰ ਵੀ ਅੱਗੇ ਵੱਧ ਸਕਦੇ ਆ। ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਸਖਤ ਨਿੰਦਾ ਕਰਦੇ ਹੈਗੇ ਆ। ਪੰਜਾਬ ਦੇ ਵਿੱਚ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ ਤੇ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਕਿਸਾਨ ਮੰਡੀਆਂ ਦੇ ਵਿੱਚ ਆਪਣਾ ਝੋਨਾ ਲਿਜਾ ਰਹੇ ਨੇ, ਪਰ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਖਰਾਬ ਹੋ ਰਿਹਾ ਤੇ ਕਿਤੇ-ਕਿਤੇ ਹਲਕੀ ਬੂੰਦਾਬਾਂਦੀ ਵੀ ਦੇਖੀ ਜਾ ਰਹੀ ਹੈ, ਜਿਸ ਕਾਰਨ ਜਿੱਥੇ ਕਿਸਾਨ ਚਿੰਤਾ ਦੇ ਆਲਮ ਦੇ ਵਿੱਚ ਨੇ, ਉੱਥੇ ਹੀ ਝੋਨੇ ਦੀ ਕਟਾਈ ਕਰਨ ਵਾਲੇ ਕੰਬਾਈਨਾਂ ਦੇ ਮਾਲਕ ਵੀ ਚਿੰਤਾ ਦੇ ਵਿੱਚ ਡੁੱਬ ਗਏ ਨੇ ਤੇ ਮੌਸਮ ਖਰਾਬ ਹੋਣ ਕਾਰਨ ਉਹਨਾਂ ਦਾ ਕੰਮ ਰੁਕ ਗਿਆ ਤੇ ਉਹਨਾਂ ਨੂੰ ਭਾਰੀ ਨੁਕਸਾਨ ਵੀ ਹੋ ਰਿਹਾ ਵੀ ਮੀਂਹ ਕੰਨੀ ਹਾਂ ਸਾਡਾ ਬਹੁਤ ਨੁਕਸਾਨ ਹੋਣਾ। ਤੁਹਾਨੂੰ ਕੀ ਲੱਗਦਾ ਜਿੱਦਾਂ ਹੁਣ ਜਿਹੜੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ? ਹਾਂਜੀ ਹਾਂ, ਸਾਨੂੰ ਬਹੁਤ ਚਿੰਤਾ ਹੋਈ ਪਈਆਂ ਨੇ ਜੀ ਇਹਦੇ ਬਾਰੇ। ਹਾਂ, ਅਸੀਂ ਕੀ ਕਰਾਂਗੇ ਜੇ ਮੀਂਹ ਪੈ ਗਿਆ ਉਤੋਂ ਸਾਡੀ ਫਸਲ ਵੀ ਢਹਿ ਜਾਣੀ ਹੈ ਜੀ। ਹਾਂ, ਇਹਦੇ ਵਿੱਚ ਸਾਡਾ ਬਹੁਤ ਨੁਕਸਾਨ ਹੈ ਜ਼ਿਮੀਂਦਾਰ ਨੇ। ਹੁਣ ਜਿਹੜੀਆਂ ਫਸਲਾਂ ਨੇ ਤਿਆਰ ਨੇ? ਹਾਂਜੀ ਪੂਰੀਆਂ ਤਿਆਰ ਨੇ ਜੀ। ਕੀ ਨੁਕਸਾਨ ਹੋ ਸਕਦਾ ਬਾਈ ਜੀ? ਨੁਕਸਾਨ ਆਇਆ ਜੀ ਇਹਦੇ ਮੀਂਹ ਪੈਣ ਨਾਲ ਸਾਡਾ ਝਾੜ ਘਟ ਜਾਣਾ, ਥੱਲੇ ਡਿੱਗ ਪੈਣੀ ਹੈ ਜੀ ਇਹ। ਸਾਨੂੰ ਲੇਬਰ ਨਹੀਂ ਮਿਲਣੀ ਜੀ। ਸਾਡਾ ਆਪੇ ਬਹੁਤ ਨੁਕਸਾਨ ਬਹੁਤ ਜ਼ਿਆਦਾ ਜੀ ਇਹ। ਅਸੀਂ ਇਹੀ ਕਹਿਣਾ ਚਾਹੁੰਦੇ ਜੀ, ਮੌਸਮ ਜਿਹੜੇ ਨੇ ਬਹੁਤ ਸਾਡੇ ਫਸਲਾਂ ਪੱਕੀਆਂ ਪਈਆਂ ਨੇ। ਇਹ ਮੌਸਮ ਨੇ ਚਿੰਤਾ ਬਹੁਤ ਵਧਾਤੀਆਂ ਸਾਡੀਆਂ। ਮੰਡੀਆਂ 'ਚ ਰੁਲਾਂਗੇ, ਗਾਹਾਂ ਵਾਲੀ ਫਸਲ ਸਾਡੀ ਉਹ ਲੇਟ ਹੋਊ ਜੀ। DAP ਨਾ ਸਾਨੂੰ ਮਿਲ ਰਿਹਾ, ਇਹਦੇ ਕੰਨੀ ਬਹੁਤ ਬੁਰਾ ਹਾਲ ਆ। ਗਵਰਨਮੈਂਟਾਂ ਕੰਨੀ ਇਹ ਨਹੀਂ ਦੇਖ ਰਹੀਆਂ। ਤੇਲ ਕਿੰਨੇ ਮਹਿੰਗੇ ਤੇ ਭਾਅ ਨਾਲ ਫਸਲ ਪਾਲੀ ਅਸੀਂ ਸਾਰੀ। ਆ ਮੌਸਮ ਕਰਕੇ, ਨਹੀਂ ਤਾਂ ਕਟਾਈ ਸ਼ੁਰੂ ਕਰ ਦੇਣੀ ਸੀਗੀ। ਹੁਣ ਮੌਸਮ ਖਰਾਬ ਆ, ਇਹਦੇ ਕਰਕੇ ਖੜੇ ਆ। ਮਜਬੂਰੀ ਆ ਹੁਣ। ਤੇ ਕਿੰਨੇ ਬੰਦੇ ਹੈਗੇ ਨੇ ਤਿੰਨ ਕੰਬਾਈਨਾਂ ਤੇ ਝੋੜੀਆਂ ਤੇ? ਤਿੰਨ ਬੰਦੇ ਆਈ ਸਾਨੀਆਂ ਤੇ।
ਡਰਾਈਵਰ ਫੋਰਮੈਨ ਵਿੱਚ ਸਾਰੇ। ਅੱਛਾ, ਕਿ ਕੌਣ ਕੌਣ ਹੁੰਦੇ ਨੇ ਕਿ ਕੰਬਾਈਨ ਤੇ ਡਰਾਈਵਰ ਕਿੰਨੇ ਹੁੰਦੇ ਨੇ ਜੀ? 2 ਡਰਾਈਵਰ ਹੁੰਦੇ, ਇੱਕ ਫੋਰਮੈਨ ਨਾਲ। ਅੱਛਾ ਜੀ। ਬੀਤੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਕਈ ਥਾਵਾਂ ਤੇ ਹਲਕੀ ਬਾਰਿਸ਼ ਵੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਕਿ ਠੰਡ ਦਾ ਆਗਾਜ਼ ਹੋ ਗਿਆ ਤੇ ਇਸ ਦੇ ਨਾਲ ਝੋਨੇ ਦੀ ਕਟਾਈ ਵੀ ਲੇਟ ਹੋ ਰਹੀ ਹੈ ਤੇ ਉਹਨਾਂ ਕਿਹਾ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਪਾਰਾ ਹੋਰ ਵੀ ਡਿੱਗੇਗਾ ਤੇ ਮੌਸਮ ਦੇ ਵਿੱਚ ਤਬਦੀਲੀ ਵੇਖਣ ਨੂੰ ਮਿਲੇਗੀ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਪੱਛਮੀ ਚੱਕਰਵਾਤ ਦਾ ਜਿਹੜਾ ਅਸਰ ਹੈ ਉਹ ਪੰਜਾਬ ਤੇ ਇਹਦੇ ਨਾਲ ਲੱਗਦੇ ਭਾਗਾਂ ਦੇ ਵਿੱਚ ਇਹਨਾਂ ਦਿਨਾਂ 'ਚ ਦੇਖਣ ਨੂੰ ਮਿਲ ਰਿਹਾ, ਕਿਉਂਕਿ ਕਾਫੀ 2-3 ਦਿਨਾਂ ਤੋਂ ਆਪਾਂ ਨੂੰ ਅਲਰਟ ਸੀਗਾ ਕਿ ਜਿਹੜਾ ਪੱਛਮੀ ਚੱਕਰਵਾਤ ਹੈ ਉਹ ਉੱਤਰ ਪੱਛਮੀ ਭਾਗਾਂ ਨੂੰ ਮਤਲਬ ਉਹਦਾ ਅਸਰ ਕਰੇਗਾ। ਸੋ ਉਹਦੇ ਮੱਦੇਨਜ਼ਰ ਹੀ ਜਿਹੜਾ ਕੱਲ੍ਹ ਤੋਂ ਟੈਂਪਰੇਚਰਸ ਦੇ ਵਿੱਚ ਜਾਂ ਮੌਸਮ ਦੇ ਵਿੱਚ ਕਾਫੀ ਤਬਦੀਲੀ ਆਈ ਹੈ। ਲੁਧਿਆਣਾ ਨਜ਼ਦੀਕ ਮੁੱਲਾਪੁਰ ਵਿਖੇ ਕਿਰਪਾਲ ਆਸ਼ਰਮ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਲੋਕ ਪਹੁੰਚੇ ਤੇ ਵੈਕਸੀਨ ਦੀ ਡੋਜ਼ ਲਵਾਈ ਗਈ ਹੈ ਤੇ ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਸਭ ਨੂੰ ਕੋਰੋਨਾ ਵੈਕਸੀਨ ਲੈਣੀ ਚਾਹੀਦੀ ਹੈ ਤਾਂ ਜੋ ਇਸ ਮਹਾਮਾਰੀ ਤੋਂ ਬਚਾਅ ਕੀਤਾ ਜਾ ਸਕੇ। ਅੱਜ ਮੁੱਲਾਪੁਰ ਕਿਰਪਾਲ ਆਸ਼ਰਮ ਦੇ ਵਿੱਚ ਮੈਂ ਵੈਕਸੀਨ ਦੀ ਦੂਸਰੀ ਡੋਜ਼ ਲਵਾ ਕੇ ਆਪਣੀ ਦੋਨੋਂ ਡੋਜ਼ ਕੰਪਲੀਟ ਕੀਤੀਆਂ ਹਨ ਤੇ ਇਸ ਕਰਕੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਤੇ ਵੱਧ ਤੋਂ ਵੱਧ ਤੁਸੀਂ ਆਪਣੀ ਵੈਕਸੀਨੇਸ਼ਨ ਪੂਰੀ ਕਰੋ, ਕਿਉਂਕਿ ਵੈਕਸੀਨੇਸ਼ਨ ਨਾਲ ਹੀ ਇਸ ਬਿਮਾਰੀ ਦਾ ਖਾਤਮਾ ਕਰ ਸਕਦੇ ਹਾਂ। ਅੱਜ ਸਾਵਨ ਕਿਰਪਾਲ ਭਾਰਤ ਮਿਸ਼ਨ ਕਿਰਪਾਲ ਆਸ਼ਰਮ ਬ੍ਰਾਂਚ ਮੁੱਲਾਪੁਰ ਵਿੱਚ ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਇਸ ਦੇ ਵਿੱਚ 150 ਤੋਂ ਅਪਰੋਕਸ ਬੰਦਿਆਂ ਨੇ ਕੋਵਿਡ ਵੈਕਸੀਨ ਇੰਜੈਕਸ਼ਨ ਲਿੱਤਾ और सानू सरकारी टीम के वालों बहुत ज़्यादा मदद मिली। उन्होंने साडा बहुत सहयोग किया इस कैंप को महत्वपूर्ण बनाने वास्ते। फिलहाल वेला हो गया एक ब्रेक दा। ब्रेक तो बाद खबरों का सिलसिला इस तरह जारी रहेगा। ब्रेक तो बाद स्वागत है ते हुण रुक करदे अगलियां खबरां दा। ਲੁਧਿਆਣਾ ਵਿਖੇ ਆਰਮੀ ਜੀਡੀ ਦਾ ਟ੍ਰਾਇਲ ਪਾਸ ਕਰ ਚੁੱਕੇ ਨੌਜਵਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨਾਂ ਨੇ ਕਿਹਾ ਕਿ ਉਹਨਾਂ ਦੇ ਟ੍ਰਾਇਲ ਕਲੀਅਰ ਹੋਣ ਤੋਂ ਬਾਅਦ ਵੀ ਲਿਖਤੀ ਪ੍ਰੀਖਿਆ ਨਹੀਂ ਲਈ ਜਾ ਰਹੀ। ਉਹਨਾਂ ਕਿਹਾ ਕਿ ਹਰ ਮਹੀਨੇ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀ ਪਰੇਸ਼ਾਨ ਹੋ ਰਹੇ ਨੇ ਤੇ ਉਹਨਾਂ ਕਿਹਾ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਕੇ ਕਈ ਨੌਜਵਾਨ ਖੁਦਕੁਸ਼ੀ ਵੀ ਕਰ ਚੁੱਕੇ ਨੇ ਤੇ ਫਿਜ਼ੀਕਲੀ ਫਿਟ ਨੌਜਵਾਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਸ ਦੌਰਾਨ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਨਵੰਬਰ ਦੀ ਵੀ ਸਾਡਾ ਰਨਿੰਗ ਦਾ ਟ੍ਰਾਇਲ ਸੀਗਾ, ਸਾਰੇ ਮੁੰਡੇ ਪਾਸ ਆਊਟ ਕਰਕੇ ਸਾਨੂੰ 31 ਜਨਵਰੀ ਦੀ ਪਹਿਲੀ ਡੇਟ ਮਿਲੀ ਰਿਟਨ ਐਗਜ਼ਾਮ ਦੀ। 31 ਜਨਵਰੀ ਸਾਡਾ ਐਗਜ਼ਾਮ ਕੈਂਸਲ ਕਰਤਾ। ਉਸ ਤੋਂ ਬਾਅਦ ਸਾਡਾ ਐਗਜ਼ਾਮ ਹੋਇਆ 28 ਫਰਵਰੀ ਨੂੰ। 28 ਫਰਵਰੀ ਨੂੰ ਸਾਡਾ ਜਿਹੜਾ ਐਗਜ਼ਾਮ ਸੀਗਾ ਉਹ ਲੀਕ ਹੋ ਗਿਆ। 28 ਫਰਵਰੀ ਤੋਂ ਬਾਅਦ ਸਾਨੂੰ ਟਾਈਮ ਮਿਲਿਆ, ਕਹਿੰਦੇ ਜੀ 28 ਮਾਰਚ ਨੂੰ। 28 ਮਾਰਚ ਤੋਂ ਬਾਅਦ ਸਾਨੂੰ 25 ਅਪ੍ਰੈਲ ਨੂੰ, ਇੱਦਾਂ ਹਰ ਮਹੀਨੇ ਦੇ ਲਾਸਟ ਸੰਡੇ ਨੂੰ ਸਾਨੂੰ ਤਰੀਕ ਦੇ ਦਿੱਤੀ ਜਾਂਦੀ ਆ ਤੇ ਸਾਨੂੰ ਰੋਲ ਨੰਬਰ ਲਈ ਇਸ਼ੂ ਬੁਲਾਇਆ ਜਾਂਦਾ, ਰੋਲ ਨੰਬਰ ਇਸ਼ੂ ਕੀਤੇ ਜਾਂਦੇ, ਫਿਰ ਸਾਨੂੰ ਕਹਿ ਦਿੰਦਾ ਜਾਂਦਾ ਤੁਹਾਡਾ ਐਗਜ਼ਾਮ ਕੈਂਸਲ ਹੈ ਜੀ। ਤੇ ਇਹ ਪਿਛਲੇ 10 ਤੋਂ 11 ਮਹੀਨੇ ਤੋਂ ਸਾਡੇ ਨਾਲ ਡਰਾਮਾ ਚੱਲਦਾ ਜੀ, ਸਾਨੂੰ ਪੱਕਾ ਸੋਲੂਸ਼ਨ ਦੱਸੋ ਜੀ। ਰਾਏਕੋਟ ਵਿਖੇ ਯੂਥ ਕਾਂਗਰਸ ਸੋਸ਼ਲ ਮੀਡੀਆ ਵਿੰਗ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਦੌਰਾਨ ਕੀ ਸਟੇਟ ਕੋਆਰਡੀਨੇਟਰ ਨੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਦੇ ਦੌਰਾਨ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਕਰਨ ਦੇ ਲਈ ਪ੍ਰੇਰਿਤ ਕੀਤਾ ਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੀ ਵਰਤੋਂ ਦੇ ਬਾਰੇ ਵੀ ਜਾਣੂ ਕਰਵਾਇਆ। ਇਸ ਦੇ ਨਾਲ ਹੀ ਵੱਖ-ਵੱਖ ਪੱਧਰ ਤੇ ਸੋਸ਼ਲ ਮੀਡੀਆ ਵਿੰਗ ਦੇ ਅਹੁਦੇਦਾਰ ਵੀ ਨਿਯੁਕਤ ਕੀਤੇ ਗਏ ਨੇ। ਹਾਂਜੀ, ਅਸੀਂ ਸੋਸ਼ਲ ਮੀਡੀਆ ਦੇ ਰਿਲੇਟਡ ਪ੍ਰੋਗਰਾਮ ਕੀਤਾ। ਸਾਡੇ ਪੰਜਾਬ ਸਟੇਟ ਕੋਆਰਡੀਨੇਟਰ ਰਾਮ ਧਵਨ ਜੀ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਆ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਟੀਮ ਲੁਧਿਆਣਾ ਦਿਹਾਤੀ ਦੀ ਟੀਮ ਨਾਲ ਮੀਟਿੰਗ ਕੀਤੀ ਹੈ। ਠੀਕ ਹੈ। ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਵਿੱਚ ਸਾਡੇ ਸ਼ਹਿਰੀ ਦੇ ਔਰ ਦਿਹਾਤੀ ਹਲਕਿਆਂ ਦੀ ਮੀਟਿੰਗ ਕੀਤੀ ਹੈ ਸੋਸ਼ਲ ਮੀਡੀਆ ਟੀਮ ਦੀ। ਅੱਜ ਤੁਸੀਂ ਦੇਖ ਸਕਦੇ ਹੋ ਸਾਡੇ ਸਾਰੇ ਹੀ ਨੌਜਵਾਨ ਸਾਥੀ ਇੱਥੇ ਖੜੇ ਨੇ। ਅੱਜ ਅਸੀਂ ਇਹਨਾਂ ਨੂੰ ਹਲਕਿਆਂ ਦੀ ਜ਼ਿੰਮੇਵਾਰੀਆਂ ਦਿੱਤੀਆਂ ਨੇ, ਬਲਾਕਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਔਰ ਵਾਰਡ ਵਾਈਜ਼ ਵੀ ਅੱਜ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਨੇ। ਅੱਜ ਸਾਡੇ ਡਿਸਟ੍ਰਿਕਟ ਦੇ ਕੋਆਰਡੀਨੇਟਰ ਪ੍ਰਦੀਪ ਗਰੇਵਾਲ ਜੀ ਖੜੇ ਨੇ ਔਰ ਸਾਡੇ ਵਿੱਚ ਅੱਜ ਨਵੇਂ ਚੁਣੇ ਨੁਮਾਇੰਦੇ ਜਿਹੜੇ ਅੱਜ ਅਸੀਂ ਇਹਨਾਂ ਨੂੰ ਅਪਾਇੰਟਮੈਂਟ ਦਿੱਤੀ ਹੈ। ਸਾਡੇ ਡਿਸਟ੍ਰਿਕਟ ਦੇ ਕੋਆਰਡੀਨੇਟਰ ਜਿਹੜੇ ਖੜੇ ਨੇ ਲੁਧਿਆਣਾ ਜ਼ਿਲ੍ਹਾ ਦਿਹਾਤੀ ਦੇ ਨੀਲਕਮਲ ਜੀ, ਅੱਜ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਔਰ ਅਸੀਂ ਅਪੀਲ ਕਰਦੇ ਹਾਂ ਸਾਰੇ ਹੀ ਨੌਜਵਾਨ ਸਾਥੀਆਂ ਨੂੰ ਕਿ ਤੁਸੀਂ ਸਾਰੇ ਪੰਜਾਬ ਯੂਥ ਕਾਂਗਰਸ ਦੇ ਨਾਲ ਜੁੜੋ। ਤੇ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੇ ਗਏ। ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋਸ਼ੀ ਨਗਰ ਦੇ ਵਿੱਚ ਮੀਟਿੰਗ ਕੀਤੀ ਗਈ, ਜਿਸ ਦੌਰਾਨ ਕੀ ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਗਰੇਵਾਲ ਦੇ ਵੱਲੋਂ ਸ਼ਿਰਕਤ ਕੀਤੀ ਗਈ ਤੇ ਇਸ ਦੌਰਾਨ ਦੱਸ ਦਈਏ ਕਿ ਹਰਭਜਨ ਸਿੰਘ ਡੰਗ ਵੀ ਮੌਜੂਦ ਰਹੇ ਤੇ ਇਸ ਦੌਰਾਨ ਇਲਾਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਿਆ ਤੇ ਇਸ ਦੇ ਨਾਲ ਹੀ 2022 ਦੇ ਵਿੱਚ ਅਕਾਲੀ ਬਸਪਾ ਦੀ ਸਰਕਾਰ ਬਣਨ ਦਾ ਵੀ ਦਾਅਵਾ ਕੀਤਾ ਗਿਆ। ਦੇਖੋ, ਮੈਂ ਇੱਕ ਗੱਲ ਹੈ, ਮੈਂ ਸਾਰੇ ਪੱਛਮੀ ਹਲਕੇ ਦਾ ਚੱਕਰ ਲਗਾ ਰਿਹਾ, ਲੋਕਾਂ ਨੂੰ ਸੰਗਤ ਨੂੰ ਮਿਲ ਕੇ ਉਹਨਾਂ ਨਾਲ ਆਪਣੀ ਗੱਲ ਰੱਖ ਰਿਹਾ, ਉਹਨਾਂ ਦੀ ਗੱਲ ਸੁਣ ਰਿਹਾ।
ਪਰ ਮੈਂ ਇਸ ਗੱਲ ਦਾ ਮੈਨੂੰ ਬੜਾ ਵੱਡਾ ਦੁੱਖ ਹੈ ਕਿ ਮੈਂ ਪਿਛਲੇ 20 ਦਿਨ ਤੋਂ ਹਲਕੇ 'ਚ ਫਿਰ ਰਿਹਾ ਜੋ ਮੈਨੂੰ ਇਹ ਆਸ਼ੂ ਭਾਰਤ ਭੂਸ਼ਣ ਆਸ਼ੂ ਤੇ ਇਹਦੀ ਘਰ ਵਾਲੀ ਮਮਤਾ ਬਾਰੇ ਲੋਕਾਂ ਤੋਂ ਸੁਣਿਆ, ਮੈਨੂੰ ਮਨ ਨੂੰ ਬੜਾ ਦਰਦ ਹੋਇਆ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਬੋਲੀ, ਜਿਸ ਤਰ੍ਹਾਂ ਇਹ ਹੱਤਕ ਕਰਦੇ ਨੇ, ਜਿਸ ਤਰ੍ਹਾਂ ਇਹ ਲੋਕਾਂ ਨਾਲ ਵਰਤਾਰਾ ਕਰਦੇ ਨੇ, ਉਸ ਬੰਦੇ ਨੂੰ 10 ਸਾਲ ਐਮਐਲਏ ਬਣੇ ਨੂੰ ਹੋ ਗਏ, ਉਹ ਸਾਡੇ ਹਲਕੇ 'ਚ ਨਹੀਂ ਕਦੇ ਆਇਆ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਨੇ ਸਰ ਮਹੇਸ਼ ਚੰਦਰ ਸਿੰਘ ਗਰੇਵਾਲ, ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੀ ਐਜ਼ ਮਿਨਿਸਟਰ ਸੇਵਾ ਕਰ ਚੁੱਕੇ ਆ ਤੇ ਇੱਕ ਵਾਰ ਫਿਰ ਉਹਨਾਂ ਨੂੰ ਮੌਕਾ ਦਿਓ ਤਾਂ ਜੋ ਉਹ ਤੁਹਾਡੇ ਇਲਾਕੇ ਦੀ ਜਿਹੜੀ ਸੇਵਾ ਬਾਖੂਬੀ ਢੰਗ ਨਾਲ ਕਰ ਸਕਣ। ਨੈਟ ਪਲੱਸ ਤੇ ਫਾਸਟਵੇ ਘਰ ਘਰ ਸਸਤਾ ਇੰਟਰਨੈਟ ਸੇਵਾ ਦੇਣ ਜਾ ਰਿਹਾ। 5 ਰੁਪਏ ਦੇ ਕੂਪਨ ਦੇ ਨਾਲ ਇੰਟਰਨੈਟ ਸੇਵਾ ਮਿਲੇਗੀ ਤੇ ਇਸ ਦੇ ਨਾਲ ਹੀ ਦੱਸਦੇ ਕਿ ਇਸ ਸਕੀਮ ਦੇ ਤਹਿਤ ਲੋਕਾਂ ਨੂੰ ਘੱਟ ਕੀਮਤ ਤੇ ਇੰਟਰਨੈਟ ਸੇਵਾ ਮੁਹੱਈਆ ਕਰਵਾਈ ਜਾਵੇਗੀ। कम से कम जो 5 रुपए का कूपन होगा और कूपन डिजिटल फॉर्म में भी होगा और साथ में फिज़िकल फॉर्म में भी होगा जो पीडीओ के ऑफिस से मिल जाएगा। तो 5 रुपए से लेके 10 रुपए का कूपन, फिर 20 रुपए का कूपन, इस तरह के सारे जैसे 5 रुपए का कूपन है तो उसमें हफ्ता भर फ्री है, तो इस तरह के जो महीना भर फ्री रहना चाहते तो 20 रुपए का कूपन है। इस तरीके से तो डेटा फिक्स नहीं होगा? डेटा फिक्स नहीं है, डेटा फिक्स नहीं है। 5 रुपए में अनलिमिटेड यूसेज है। हाँ, हम उस तरह की कोई रुकावट नहीं रखना चाहते। टिपिकली 100 मीटर्स कवर करता है, पर जो पीडीओ ऑफिस होगा वहाँ पे तो शायद और इतने बड़े दुकानें या इतने बड़े जगह होंगी नहीं, तो पर फिर भी इसकी कवरेज बहुत अच्छी है, मतलब 100 मीटर रेंज तक मिलेगी इसकी नेट। इंटरनेट फॉर एवरीवन एवरीवेयर, और उस मिशन के तहत हम एक तरफ से अपनी ब्रॉडबैंड सेवाएं बढ़ा रहे हैं और दूसरी तरफ से इस तरह का शेयर्ड ब्रॉडबैंड सर्विसेज को भी एक्सपेंड कर रहे हैं। ₹5 से स्टार्ट करके मतलब सबसे न्यूनतम कीमत ₹5 का वाउचर है और ₹5 का वाउचर, ₹10 का वाउचर, उसको आप ऑनलाइन भी परचेज कर पाएंगे और उसको हमारे पब्लिक डेटा ऑफिस पे जाएंगे तो प्रिंटेड फॉर्म में भी, जैसे कूपन मिलता है ना मॉल में जाने का, तो कूपन फॉर्म में भी मिलेगा और ऑनलाइन फॉर्म में भी मिलेगा। इस कोरोना काल ਦੇ ਵਕਤ ਜਿੱਥੇ ਭਾਰਤ ਭਰ 'ਚ ਹਰ ਕੋਈ ਇਸ ਨਾਲ ਪੀੜਤ ਸੀ, ਉੱਥੇ ਹੀ ਹਰ ਕਿਸੇ ਨੂੰ ਆਪਣੇ ਕਾਰੋਬਾਰ ਤੋਂ ਲੈ ਕੇ ਪੜ੍ਹਾਈਆਂ ਤੱਕ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਸੀ। ਤਾਂ ਇਸ ਦੌਰਾਨ ਇੰਟਰਨੈਟ ਨੇ ਲੋਕਾਂ ਨੂੰ ਇਸ ਕੋਰੋਨਾ ਕਾਲ 'ਚ ਹਰ ਕਿਸੇ ਨੂੰ ਆਪਣਿਆਂ ਨਾਲ ਮਿਲਣ 'ਚ ਮਦਦ ਕੀਤੀ ਹੈ। ਤਾਂ ਉੱਥੇ ਹੀ ਬੱਚਿਆਂ ਦੀ ਪੜ੍ਹਾਈ 'ਚ ਵੀ ਇਸ ਇੰਟਰਨੈਟ ਨੇ ਇੱਕ ਵੱਡਾ ਰੋਲ ਅਦਾ ਕੀਤਾ ਹੈ। ਤਾਂ ਇਸ ਇੰਟਰਨੈਟ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਹੁਣ ਭਾਰਤ ਦੇ ਪੀਐਮ ਨਰਿੰਦਰ ਮੋਦੀ ਵੱਲੋਂ ਇੱਕ ਨਵੀਂ ਸਕੀਮ ਯਾਨੀ ਪੀਐਮ ਵਾਨੀ ਦਾ ਉਦਘਾਟਨ ਕੀਤਾ ਗਿਆ, ਜਿਸ ਦੇ ਚੱਲਦੇ ਅੱਜ ਹਰਿਆਣਾ 'ਚ ਵੀ ਪੀਐਮ ਵਾਨੀ ਸਕੀਮ ਤਹਿਤ ਨੈਟ ਪਲੱਸ ਤੇ ਫਾਸਟਵੇ ਨੇ ਇੱਕ ਅਹਿਮ ਰੋਲ ਅਦਾ ਕੀਤਾ ਹੈ, ਜਿਸ ਦੇ 'ਚ ਨੈਟ ਪਲੱਸ ਦੇ ਸੀਈਓ ਪ੍ਰੇਮ ਓਝਾ ਨੇ ਪੀਐਮ ਵਾਨੀ ਤਹਿਤ ਨੈਟ ਪਲੱਸ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਦਾ ਦੱਸਦੇ ਹੋਏ ਕਿਹਾ ਕਿ ਹੁਣ ਹਰਿਆਣਾ 'ਚ ਹਰ ਘਰ ਤੱਕ ਨੈਟ ਪਲੱਸ ਬ੍ਰੌਡਬੈਂਡ ਫਾਇਦਾ ਪਹੁੰਚਾਉਣ ਲਈ ਹਰ ਯਤਨ ਕੋਸ਼ਿਸ਼ਾਂ ਕਰੇਗਾ ਤੇ ਜਿਸ ਦੇ ਨਾਲ ਹਰ ਬੱਚੇ ਤੇ ਨੌਜਵਾਨ ਨੂੰ ਇਸ ਦਾ ਲਾਭ ਮਿਲ ਸਕੇਗਾ। ਤਾਂ ਉੱਥੇ ਹੀ ਵਾਇਓਮ ਦੇ ਸੀਈਓ ਨਟਰਾਜ ਕੇਲਾ ਵੱਲੋਂ ਵੀ ਪੀਐਮ ਵਾਨੀ ਸਕੀਮ ਦਾ ਫਾਇਦਾ ਦੱਸਦੇ ਹੋਏ ਨੈਟ ਪਲੱਸ ਤੇ ਫਾਸਟਵੇ ਦੇ ਨਾਲ ਹੋਰਾਂ ਦਾ ਵੀ ਧੰਨਵਾਦ ਕੀਤਾ। ਤਾਂ ਤੁਹਾਨੂੰ ਵੀ ਪੀਐਮ ਵਾਨੀ ਤਹਿਤ ਨੈਟ ਪਲੱਸ ਤੇ ਫਾਸਟਵੇ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸ ਦਿੰਨੇ ਆ। So it's all teamwork and we can together achieve this target of bringing internet access easy accessible to everyone. So now I would like to invite on the stage CEO of Net Plus, Mr. Prem Ojha ji. Please come upon the dais and address the audience. Let's have a huge round of applause as we welcome Mr. Prem Ojha on the stage. बेसिकली एक बहुत बड़ा प्रोग्राम हमारे प्राइम मिनिस्टर जी के विजन से बना है, जिसका नाम पीएम वानी है, प्राइम मिनिस्टर्स वायरलेस एक्सेस नेटवर्क इंटरफेस। इसको अगर सिंपल भाषा में कहूँ तो ऑब्जेक्टिव इसका ये है कि हर हिंदुस्तानी को बहुत ही सस्ती दरों पे वाईफाई के थ्रू
इंटरनेट की सेवाएं मिलें। आपको पता है कि इस वक्त जैसे बुनियादी ज़रूरतें रोटी कपड़ा मकान की तरह ही इम्पोर्टेंट हो गया है एक ब्रॉडबैंड या इंटरनेट की कनेक्टिविटी। तो अभी भी हमारे कंट्री में तकरीबन 45 करोड़ लोग ऐसे हैं जिनके पास इस तरह की सुविधा नहीं है, जो इंटरनेट एक्सेस नहीं कर पाते। पर यह मानना कि उनको इसकी ज़रूरत नहीं है ये थोड़ा गलत होगा। तो उसी चीज़ को ध्यान में रखते हुए ये बहुत बड़ा प्रोग्राम लॉन्च हुआ है PM वानी के नाम से। और नेट प्लस ब्रॉडबैंड जो इस रीजन में डोमिनेंट मार्केट लीडर है ब्रॉडबैंड के स्पेस में, तो हमारे लिए बहुत नेचुरल है इस प्रोग्राम में सबसे पहले बढ़ चढ़ के शिरकत करना और इसको आगे ले जाना। और उस जिम्मेदारी को ध्यान में रखते हुए हम लोगों ने तकरीबन 1000 BDOs इसको कहते हैं, पब्लिक डेटा ऑफिसर्स। तो पुराने ज़माने में जिस तरह के PCO होते थे तो उसी तरह के अब ये PDOs होंगे। और जो भी कोई चाहे बड़ी सस्ती दरों पे यहाँ पे आकर इंटरनेट को एक्सेस कर सकते हैं और अपनी काम की चीज़ें, अपनी जानकारी या जो भी चीज़ उससे इंटरनेट से एक्सेस करना चाहते हैं वो कर पाएंगे। जी सर, हरियाणा के अंबाला में शुरुआत होगी, इसके बाद नेक्स्ट सिटी कौन सी टारगेट करे और कौन सी स्टेट्स में अब जाके ये खुलने वाला है फिर इनॉग्रेशन? देखिए, ये तो एक सिंबॉलिक इनॉग्रेशन था, पर हम लोग पंजाब में तकरीबन हर रूरल एरिया में, हर गांव में इस तरह का PDO खोलेंगे। और जैसा मैंने बताया कि अभी अगले 6 महीने में हमने 1000 PDOs इस तरह के शुरू करने हैं। बट ये संख्या यहीं रुकेगी नहीं। आई थिंक 1000 होने के बाद हम लोग 10,000 और फिर लाखों तक जाने की बात कर रहे हैं, क्योंकि मैग्नीट्यूड बहुत बड़ा है। वर्ल्ड वाइड जितने वाईफाई नेटवर्क्स हैं उसका 1% से भी कम इंडिया में है। पर अगर जिस कंट्री में 16% वर्ल्ड की आबादी रहती हो वहाँ पे इसकी ज़रूरत तो बहुत ज़्यादा है। और एक और चीज़ बहुत क्लियरली सामने आई है कि इंफॉर्मेशन ही पावर है और इंटरनेट के थ्रू ही इंफॉर्मेशन सबसे आसानी से लोगों को मिलती है। तो अगर देश को आगे बढ़ाना है, लोगों को पावरफुल और सोसाइटी को एम्पावर करना है, तो नेचुरली इसको एक्सपेंड करना ही पड़ेगा। तो उस डायरेक्शन में हम लोग अपनी पूरी भूमिका निभाएंगे। और एज ए सर्विस प्रोवाइडर हमें वैसे ही कस्टमर्स का बहुत प्यार मिलता है पंजाब, हरियाणा और पूरे नॉर्थ इंडिया में, तो हम इस सर्विस को भी उसके साथ ही लेके जाएंगे। चैलेंजेस क्या आपको लग रहे हैं कि कौन से चैलेंजेस फेस करने पड़ सकते हैं जब इसको लोगों तक पहुंचाया जाएगा, जब इसकी पब्लिसिटी करी जाएगी, तो फिर कौन से चैलेंजेस आपको लगता है कि आ सकते हैं? देखिए, मैं बोलूँ तो कोई भी चैलेंज नहीं है। एक्चुअली इसकी रिक्वायरमेंट इतनी ज़्यादा है कि खाली एक ही चैलेंज है कि कितने जल्दी हम हर जगह पहुंच सकते हैं। आई थिंक उसके अलावा मुझे तो कोई चैलेंज नज़र नहीं आता। और हम लोग ऑलरेडी 5 लाख के करीब ग्राहक हैं जो अपने घरों में, ऑफिसेस में हमारी ब्रॉडबैंड सेवाओं का आनंद उठा रहे हैं। पर ये वो सेगमेंट है जहाँ पे शायद वो 500 रुपये एक महीने का खर्च नहीं कर सकते, तो उनके लिए ये ब्रॉडबैंड कनेक्टिविटी अवेलेबल होएगी। और धीरे धीरे फिर उनका जैसे जैसे यूसेज बढ़ेगा और जैसे जैसे इकोनॉमिकली स्ट्रॉन्ग होते जाएंगे, तो आई एम श्योर वो लोग भी अपना डेडिकेटेड नेटवर्क रखेंगे। तो एक तरीके से ये शेयर्ड ब्रॉडबैंड है जो हम प्रोवाइड करेंगे। मिनिमम वैल्यू कितनी देनी होगी एक यूज़र को? देखिए, इसमें कम से कम जो 5 रुपये का कूपन होगा, और कूपन डिजिटल फॉर्म में भी होगा और साथ में फ़िज़िकल फॉर्म में भी होगा जो PDO के ऑफिस से मिल जाएगा। तो 5 रुपये से लेके 10 रुपये का कूपन, फिर 20 रुपये का कूपन, इस तरह के सारे डेटा डील कर सकते हैं अगर मिनिमम लेते हैं तो? जैसे 5 रुपये का कूपन है तो उसमें हफ्ता भर फ्री है। तो इस तरह के जो महीना भर फ्री रहना चाहते तो 20 रुपये का कूपन है। इस तरीके से। तो डेटा फिक्स नहीं होगा? डेटा फिक्स नहीं है। डेटा फिक्स नहीं है। 5 रुपये में अनलिमिटेड यूसेज है। हाँ, हम उस तरह की कोई रुकावट नहीं रखना चाहते। और देखिए, ये बिज़नेस के अलावा एक एम्पावरमेंट का, एक नेशन बिल्डिंग का प्रोग्राम है, तो हम उसको उसी स्पिरिट से लेके चल रहे हैं। और इसका सक्सेस तभी होगा जब हम ये बेनिफिट पूरी तरीके से उस सेगमेंट को लेके दें। सर, वाईफाई हॉटस्पॉट की रेंज कितनी रहेगी? टिपिकली 100 मीटर्स कवर करता है, पर जो PDO ऑफिस होगा वहाँ पे तो शायद और इतने बड़े दुकानें या इतने बड़े जगह होंगी नहीं, तो पर फिर भी इसकी कवरेज बहुत अच्छी है। मतलब 100 मीटर रेंज तक मिलेगी इसकी नेटवर्क। जो जैसे जिक्र किया जा रहा था कि PCO के बाहर लाइनें लगती थी, तो उम्मीद है कि PDO के बाहर भी लाइनें लगेंगी? मुझे पूरी उम्मीद है, क्योंकि बहुत सारी ऐसी जगहें हैं जहाँ पे अभी भी ना तो 4G अवेलेबल है, और यूथ तो आप देखिए कि इस वक्त चाहे वो कहीं विलेजेस का हो या फार फ्लंग एरियाज़ का हो, सभी को इंटरनेट की ज़रूरत है।
और मुझे लगता है कि डेफिनेटली ऐसी बहुत सारी जगह हमने जहाँ कहीं ट्रायल भी किए हैं तो कई बार बहुत लोग नज़र आते हैं कि वो एक्सेस कर रहे हैं बैठकर, तो बहुत ही सेटिस्फाइंग व्यू है वो, और ऐसा होना बहुत संभव है। इसके आगे क्या क्या टारगेट्स हैं? मैंने जैसे आपको बताया कि पहला हमने एक माइलस्टोन रखा है कि 1000 PDOs हम शुरू करें, और उसके बाद 1000 बोलते ना, सक्सेस से बड़ा मोटिवेटर कुछ भी नहीं है, तो जैसे ही 1000 होंगे ऑब्वियसली विजन 10,000 और फिर लाख तक जाएगा। तो हमारा एक ही मिशन है, इंटरनेट फॉर एवरीवन एवरीवेयर, और उस मिशन के तहत हम एक तरफ से अपनी ब्रॉडबैंड सेवाएं बढ़ा रहे हैं और दूसरी तरफ से इस तरह का शेयर्ड ब्रॉडबैंड सर्विसेज को भी एक्सपेंड कर रहे हैं। सो नेट ब्रॉडबैंड भी फास्टेस्ट ऑलरेडी नेट प्लस घर घर का नाम बनी चुके हैं घर घर में, तो इसके साथ जो रह गए उनमें भी पहुंच जाएंगे। यस यस यस, जहाँ कहीं छूट गया है वहाँ पर भी हम इसको लेके जाएंगे। जी, थैंक यू सर। वेलकम। सर, आपसे पूछना चाहेंगे कि कैसा लग रहा है आज जो नई शुरुआत हुई है, तो बहुत लोगों की ज़िंदगियाँ शायद इस सुपराले से बदल जाएंगी। बिल्कुल, जिस प्रकार प्रधानमंत्री जी ने ये एक विज़न दिया है और इस आज़ादी के 75 साल पूरे होने के उपलक्ष्य में आज़ादी का अमृत महोत्सव हम मना रहे हैं, और इसमें ये आम जन के लिए ये बहुत ही सुदृढ़ स्कीम है, योजना है, जिसके तहत जिन लोगों तक संचार की रोशनी नहीं पहुंच पाई है और जो लोग संचार की इस आंधी से अछूते रहे हैं, उन लोगों तक पहुंचने के लिए ये प्रधानमंत्री जी का विजन और दूरसंचार विभाग का और हमारे समस्त जो साथी हैं, चाहे नेट प्लस है या व्योम सर्विसेज हैं, इस तरीके के इंटरनेट सर्विस प्रोवाइडर्स, उन सब का एक ही ध्येय है कि हम जन जन तक संचार की ये जो अमृत है ये धारा प्रवाहित करें, पहुंचाएं और सब लोगों को इसका सुखद अनुभव ज्ञात हो। जिस प्रकार कोविड-19 के लॉकडाउन के टाइम में दूरगामी और दुर्गम क्षेत्रों में बच्चे स्कूल नहीं जा पाते थे, वहाँ मैंने खुद देखा है कि वहाँ पे लोग, टीचर्स जो थे, वो मोबाइल फ़ोन के माध्यम से किसी भी सुविधा संपन्न व्यक्ति से आग्रह करके, और सब लोगों ने उसका भरपूर साथ दिया, तो वहाँ पे वो क्लासेस अटेंड करते थे। लेकिन आज इस स्कीम्स के जरिए, PM वानी के जरिए, जो प्राइम मिनिस्टर वायरलेस एक्सेस नेटवर्क इंटरफेस की स्कीम है, उसे जन जन तक, आम आदमी तक बहुत कम पैसे खर्च करके ये सुविधा प्राप्त हो सकती है, जिसे हम हाई स्पीड इंटरनेट सर्विस कह सकते हैं। तो ये बहुत ही अच्छा और सुखद अनुभव है हम सब लोगों के लिए, और सीनियर DDG डॉक्टर महेश शुक्ला के मार्गदर्शन में हमें ये बहुत प्राउड फील हो रहा है कि हम हरियाणा को देश के अग्रणी राज्यों में ला पाए हैं, जिनमें PM वानी का विस्तार और प्रसार बहुत तीव्र गति से हो रहा है। धन्यवाद। बहुत बहुत शुक्रिया। पुनीत जी, आपसे भी पूछ लेते हैं कि अवेयरनेस कैसे कराई जाएगी, लोगों तक ये मैसेज कैसे पहुंचाया जाएगा? देखिए, अवेयरनेस करने के लिए हम डिजिटल मार्केटिंग का उपयोग करेंगे। हमारे वेबसाइटों पे, सर्च इंजन्स पे, इन माध्यमों का हम ज़्यादा से ज़्यादा उपयोग करेंगे। सोशल मीडिया का भी बहुत व्यापक उपयोग करने की हमारी योजना है, जिससे कि ये ज़्यादा से ज़्यादा लोगों तक पहुँचे, और जो कन्वेंशनल मेथड हैं जैसे प्रिंटिंग के माध्यम से या टेलीविज़न के माध्यम से, उन माध्यमों से भी हम अधिक से अधिक लोगों तक इस योजना को पहुँचाने की इच्छा रखते हैं। जी, बहुत बहुत शुक्रिया। थैंक यू सर। सर, आज का इवेंट किस लिए कराया गया था? मैडम, आज हम लोगों ने प्रधानमंत्री के वायरलेस एक्सेस प्रोग्राम है, जिसके तहत प्रधानमंत्री चाहते हैं कि देश के सभी लोगों को इंटरनेट की सुविधा उपलब्ध हो। तो उसी प्रोग्राम के तहत हम लोगों ने आज अम्बाला में एक पब्लिक डेटा ऑफिस का उद्घाटन किया है, और वो आपके हमारे जो नेट प्लस CEO हैं, जो ओझा साहब साथ में हैं, मिन्हाज साहब हैं, इन सब, पुनीत श्रीवास्तव जी हैं, इन सब लोगों के साथ हमने ये उद्घाटन पब्लिक डेटा ऑफिस का किया है। सर, कितने पब्लिक डेटा ऑफिसेस खुलने जा रहे हैं? हाँ, ये बड़ा अच्छा प्रश्न है। हम चूँकि हरियाणा को पूरा कवर करने के लिए लगभग हम लोगों ने अभी लक्ष्य रखा है लगभग 10,000 पब्लिक डेटा ऑफिस खोलने का, और वर्तमान में 1800 पब्लिक डेटा ऑफिस ऑपरेशनल हैं। तो
डाटा कैसे उपलब्ध किया जाएगा? जो लोग हैं जिनको डाटा चाहिए तो कैसे उपलब्ध कराया जाएगा, क्या प्रोसीजर रहेगा? इसके लिए मैडम ऐसा है कि हम लोगों ने 2 तरह के मॉडल रखे हैं। एक तो रखा है कि 5 रुपये से स्टार्ट करके, मतलब सबसे न्यूनतम कीमत 5 रुपये का वाउचर है, और 5 रुपये का वाउचर, 10 रुपये का वाउचर, उसको आप ऑनलाइन भी परचेज कर पाएंगे और उसको हमारे पब्लिक डेटा ऑफिस पे जाएंगे तो प्रिंटेड फॉर्म में भी, जैसे कूपन मिलता है ना मॉल में जाने का, तो कूपन फॉर्म में भी मिलेगा और ऑनलाइन फॉर्म में भी मिलेगा। जी, बहुत बहुत शुक्रिया। थैंक यू। प्रेम जी, आपसे पूछना चाहेंगे कि जो ये नई स्कीम आई है, आपको लगता है कि क्या फ़ायदा हो सकता है इससे? जो आम लोग हैं उनको क्या फ़ायदा होगा? ये बहुत ही पावरफुल स्कीम है और मैं कहूँगा कि इंडिया के फ्यूचर को डिफ़ाइन करने वाली स्कीम है। इतनी पावरफुल है। आज इसकी जो इसका पैमाना है वो शायद इमेजिन करना थोड़ा मुश्किल होगा। मैं पर कुछ फिगर से आपको समझाता हूँ। पूरे विश्व में इस वक्त करीबन 45 करोड़ वाईफाई नेटवर्क है, जबकि हिंदुस्तान में इस वक्त 10 लाख से भी कम वाईफाई नेटवर्क है। तो आप इमेजिन कर लीजिए कि वो कंट्री जहाँ पे 16% लोग रहते हैं पूरे विश्व की आबादी, उसमें 1% से भी कम रेशियो है वाईफाई नेटवर्क्स का, तो कितनी बड़ी अपॉर्चुनिटी है। पहली बात तो ये। दूसरा, ये पीछे देखा गया है कि जिस दर से ब्रॉडबैंड की पेनिट्रेशन बढ़ती है, लोगों की एम्पावरमेंट, बिजनेस का ईज़, डिजिटाइजेशन, ये सारी चीज़ों को हर तरह से हेल्प होती है। तो यानी ब्रॉडबैंड बिजनेस बढ़ने का, ब्रॉडबैंड कनेक्टिविटी बढ़ने का मतलब है पूरा का पूरा इकोसिस्टम चेंज होता है, पूरे देश की प्रगति होती है। और स्टैटिस्टिकली इसको बताऊं तो 10% अगर ब्रॉडबैंड पेनिट्रेशन बढ़ता है तो 1.4% जीडीपी में इंक्रीज़ होता है। तो इतना पावरफुल ये प्रोग्राम है। तो ये बहुत ही बोलते ना समय पर और बहुत ही सही चीज़ पे फोकस गया है और प्रधानमंत्री जी का विज़न है। और ये समझ लीजिए कि सभी के वेलफेयर की, अच्छा कोई भी स्कीम सक्सेसफुल तभी होती है जब उसमें सबका वेलफेयर जुड़ा हो। तो यहाँ पे देश का वेलफेयर इस तरह से जुड़ा है कि अगर सभी लोग इन्फॉर्म होंगे और प्रोग्रेस करेगी सोसाइटी, तो कंट्री प्रोग्रेस करेगा, इकोनॉमी प्रोग्रेस करेगी। लोगों का वेलफेयर इस तरह से जुड़ा हुआ है कि हर छोटे से छोटे तबके का आदमी इंटरनेट को यूज़ कर पाएगा, जो आज की तारीख में बेसिक नीड बन गया है, जैसे रोटी कपड़ा मकान, और अब ब्रॉडबैंड हो गया है, तो उनको बेनिफिट है। जो हमारे जैसे सर्विस प्रोवाइडर्स हैं, हमें एक और अपॉर्चुनिटी मिल रही है, ना केवल सर्विसेज को एक्सपैंड करने की, बट हर लाइफ को टच करने की। तो वो जो फुलफिलमेंट वाली बात है वो हमें मिल रही है। तो हर स्टेक होल्डर, चाहे डॉक्टर साहब, बहुत बड़ा मतलब मैंने इनके मोटिवेशन और इनकी जो एनर्जी से आज समझा है कि ये लोग में भी बहुत ऊर्जा अलग तरह की है कि हम एक बड़ा कॉज के लिए इन्वॉल्व हैं। अभी बात हो रही थी कि करीबन 40 करोड़ तो ऐसे लोग हैं जो इंटरनेट एक्सेस नहीं कर पाते, उनके पास स्मार्टफोन्स नहीं है, पर इच्छाएं, एस्पिरेशंस और ज़रूरतें वो सारी हैं इंटरनेट की। तो वो उनको फुलफ़िल कर पाएंगे तो इससे बड़ा काम क्या हो सकता है। तो आई थिंक ये बहुत ही अच्छा प्रोग्राम है और मुझे लगता है कि इसमें कुछ सालों के बाद ये इंडिया की तस्वीर रीडिफाइन करने वाला प्रोजेक्ट हो सकता है, वन ऑफ द इम्पोर्टेंट प्रोजेक्ट्स। जी, बहुत बहुत शुक्रिया। थैंक यू। ब्यूरो रिपोर्ट। ਲੁਧਿਆਣਾ ਵਿਖੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦਿਆਂ ਹੋਇਆ ਛਾਉਣੀ ਮੁਹੱਲੇ ਤੋਂ ਲੈ ਕੇ ਘਾਟੀ ਵਾਲਮੀਕੀ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦੀ ਅਗਵਾਈ ਬਾਬਾ ਸਾਹਿਬ ਦਲਿਤ ਫੋਰਸ, ਭਾਰਤੀ ਵਾਲਮੀਕੀ ਧਰਮ ਸਮਾਜ ਤੇ ਸਮੂਹ ਵਾਲਮੀਕੀ ਭਾਰਤੀ ਏਕਤਾ ਮੰਚ ਦੇ ਵੱਲੋਂ ਕੀਤੀ ਗਈ। ਇਸ ਮੌਕੇ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਇਸ ਦੇ ਨਾਲ ਹੀ ਵਿਧਾਇਕ ਸੁਰਿੰਦਰ ਡਾਬਰ ਤੇ ਵਿਧਾਇਕ ਰਾਕੇਸ਼ ਪਾਂਡੇ ਵੀ ਇਸ ਦੌਰਾਨ ਮੌਕੇ ਤੇ ਪਹੁੰਚੇ ਤੇ ਇਸ ਦੇ ਨਾਲ ਹੀ ਉਹਨਾਂ ਸਭ ਨੂੰ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ। ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਉਪਲਕਸ਼ ਦੇ ਵਿੱਚ ਅੱਜ ਦਿਨ 17 ਤਰੀਕ ਨੂੰ ਦਿਨ ਐਤਵਾਰ ਨੂੰ ਛਾਉਣੀ ਮਹੱਲੇ ਤੋਂ ਇੱਕ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਗਾਜ਼ ਹੋਣ ਜਾ ਰਿਹਾ, ਜਿਹਦੀ ਅਗਵਾਈ ਬਾਬਾ ਸਾਹਿਬ ਦਲਿਤ ਫੋਰਸ, ਭਾਰਤੀ ਵਾਲਮੀਕੀ ਆਦਿ ਧਰਮ ਸਮਾਜ ਅਤੇ ਸਮੂਹ ਵਾਲਮੀਕੀ ਏਕਤਾ ਮੰਚ ਵੱਲੋਂ ਕੀਤੀ ਜਾ ਰਹੀ ਹੈ। ਵਿਸ਼ਾਲ ਸ਼ੋਭਾ ਯਾਤਰਾ परमपिता परमात्मा अंदर का सरकार दसी करना सागर भगवान वाल्मीकि महाराज जी के पावन प्रगट दिवस के उपलक्ष्य में समूह वाल्मीकि एकता मंच वालों इस विशाल शोभा यात्रा कढ़ी जा रही है, जो है कि छावनी महलों चलती हुई कैंठा घाट तो चलती हुई चौड़ा विहार तो चलती हुई अपना 3 नंबर डिवीजन तो चलती हुई अपने वाल्मीकि
ਵਾਲਮੀਕੀ ਘਾਟੀ ਆਸ਼ਰਮ ਇਹ ਸਮਾਪਤ ਹੋਊਗੀ। ਖੇਤੀਬਾੜੀ ਦੇ ਵਿੱਚ ਕੁਝ ਅਗਾਂਹਵਧੂ ਸੋਚ ਵਾਲੇ ਕਿਸਾਨ ਨਵੀਂ ਤਕਨੀਕ ਅਪਣਾ ਕੇ ਹੋਰਾਂ ਨੂੰ ਸੇਧ ਦਿੰਦੇ ਹੋਏ ਨਜ਼ਰ ਆ ਰਹੇ ਨੇ, ਜਿਸ ਦੀ ਤਾਜ਼ਾ ਮਿਸਾਲ ਬਣਿਆ ਹੈ ਸਮਰਾਲਾ ਦਾ ਇੱਕ ਕਿਸਾਨ, ਜਿਸ ਨੂੰ ਲੈ ਕੇ ਪੇਸ਼ ਹੈ ਇੱਕ ਖਾਸ ਰਿਪੋਰਟ। ਇਹ ਸਰ ਆਪਣਾ ਹੈਗਾ ਜੀ ਅੱਧੇ ਕਿੱਲੇ ਤੋਂ ਜ਼ਿਆਦਾ ਹੀ ਹੈ, ਜਾਣੀ ਕਿ ਅੱਧਾ ਪੌਣੇ ਕਿੱਲੇ ਦੇ ਲਾ ਕੇ ਚਲੋ ਵੀ ਇਹ ਖੇਤੀ ਕਰਦੇ ਹਾਂ। ਇਹ ਸਰ ਬੀਜ ਤਾਂ ਹੁਣ ਆਪਣੇ ਅਵੇਲੇਬਲ ਇੱਥੇ ਪੰਜਾਬ ਦੇ ਵਿੱਚ ਹੀ ਹੋ ਜਾਂਦਾ ਜੀ। ਇਹ ਜੋ ਆਪਾਂ ਲੈ ਕੇ ਆਏ ਸੀ, ਆਪਾਂ ਰੰਗਾਬਾਦ ਤੋਂ ਲੈ ਕੇ ਆਏ ਜੀ। ਅੱਜ ਦੇ ਸਮੇਂ 'ਚ ਕਿਸਾਨੀ ਨੂੰ ਘਾਟੇ ਵਾਲਾ ਸੌਦਾ ਕਿਹਾ ਜਾਂਦਾ ਹੈ, ਪਰ ਜੇਕਰ ਇੱਕ ਤਕਨੀਕ ਦੇ ਨਾਲ ਖੇਤੀ ਕੀਤੀ ਜਾਵੇ ਤਾਂ ਖੇਤੀ ਲਾਹੇਵੰਦ ਸਾਬਿਤ ਹੋ ਸਕਦੀ ਹੈ। ਫਸਲੀ ਚੱਕਰ 'ਚੋਂ ਨਿਕਲਦਿਆਂ ਹੋਇਆਂ ਜੇਕਰ ਖੇਤੀ ਕੀਤੀ ਜਾਵੇ ਤਾਂ ਇੱਕ ਕਮਾਈ ਦਾ ਵਧੀਆ ਸਾਧਨ ਹੋ ਸਕਦੀ ਹੈ। ਇਸ ਦੀ ਤਾਜ਼ਾ ਮਿਸਾਲ ਬਣਿਆ ਹੈ ਸਮਰਾਲਾ ਦਾ ਨੌਜਵਾਨ ਕਿਸਾਨ ਤਰੁਣਜੋਤ ਸਿੰਘ, ਜੋ ਕਿ ਲਗਭਗ 3 ਸਾਲ ਤੋਂ ਡਰੈਗਨ ਫਰੂਟ ਦੀ ਖੇਤੀ ਕਰ ਰਿਹਾ ਹੈ ਤੇ ਉਸ ਨੂੰ ਕਣਕ ਝੋਨੇ ਨਾਲੋਂ ਵੱਧ ਕਮਾਈ ਹੋ ਰਹੀ ਹੈ ਤੇ ਇਸ ਦੀ ਖੇਤੀ 'ਚ ਪਾਣੀ ਦੀ ਵੀ ਬਹੁਤ ਘੱਟ ਵਰਤੋਂ ਹੁੰਦੀ ਹੈ ਤੇ ਘੱਟ ਲਾਗਤ ਨਾਲ ਤਰੁਣਜੋਤ ਵੱਧ ਮੁਨਾਫਾ ਕਮਾ ਰਿਹਾ ਤੇ ਨੌਜਵਾਨ ਕਿਸਾਨ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਭੇਜਣ ਦੀ ਥਾਂ ਪੰਜਾਬ 'ਚ ਖੇਤੀ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਸਰ ਡਰੈਗਨ ਫਰੂਟ ਦੀ ਖੇਤੀ ਹੈ ਜੀ। ਇਹ ਡਰੈਗਨ ਫਰੂਟ ਦੀ ਖੇਤੀ ਕਰਦੇ ਹਾਂ। ਇਹ ਕਿੰਨੇ ਟਾਈਮ ਤੋਂ ਕਰ ਰਹੇ ਹੋ ਜੀ? ਇਹ ਸਰ ਮੈਨੂੰ ਹੁਣ ਤੀਸਰਾ ਸਾਲ ਚੱਲਦਾ ਜੀ। ਕਿੰਨੀ ਜਗ੍ਹਾ 'ਚ ਕਰ ਰਹੇ ਹੋ ਜੀ? ਇਹ ਸਰ ਆਪਣਾ ਹੈਗਾ ਜੀ ਅੱਧੇ ਕਿੱਲੇ ਤੋਂ ਜ਼ਿਆਦਾ ਹੀ ਹੈ, ਜਾਣੀ ਕਿ ਅੱਧਾ ਪੌਣੇ ਕਿੱਲੇ ਦੇ ਲਾ ਕੇ ਚਲੋ ਵੀ ਇਹ ਖੇਤੀ ਕਰਦੇ ਹਾਂ। ਇਹ ਜਿਹੜੇ ਤੁਸੀਂ ਫਰੂਟ ਦੀ ਡਰੈਗਨ ਫਰੂਟ ਤੁਹਾਡੇ ਮਨ 'ਚ ਆਇਆ ਜੀ, ਹਾਂਜੀ। ਇਹ ਕਿਸ ਤਰ੍ਹਾਂ ਹੈ ਤੁਹਾਡੇ? ਇਹ ਸਰ ਐਕਚੁਅਲੀ ਗੱਲ ਇਦਾਂ ਸੀਗੀ ਕਿ ਵੀ ਜਿਵੇਂ ਕਣਕ ਝੋਨਾ ਜੀ, ਇਹਦੇ ਵਿੱਚ ਕੋਈ ਕੱਢਣ ਪਾਉਣ ਨੂੰ ਹੈ ਨਹੀਂ ਸੀਗਾ ਜੀ। ਉਸ ਕਰਕੇ ਫਿਰ ਦੇਖਦੇ ਹੋਏ ਵੀ ਇਹਦੇ ਵਿੱਚ ਪਾਉਣ ਨੂੰ ਕਰਨ ਨੂੰ ਹੈ ਨਹੀਂ, ਵੀ ਆਪਾਂ ਕਿਉਂ ਨਾ ਵੀ ਬਾਗਬਾਨੀ ਦੇ ਵਿੱਚ ਜਾਇਆ ਜਾ ਸਕੇ। ਵੀ ਆਪਣੇ ਪੰਜਾਬ ਦੇ ਵਿੱਚ ਕਾਫੀ ਪ੍ਰਚਲਿਤ ਹੋ ਰਿਹਾ ਸੀਗਾ ਡਰੈਗਨ ਫਰੂਟ ਦਾ, ਤੇ ਇਸ ਕਰਕੇ ਫਿਰ ਅਸੀਂ ਘਰੇ ਵਿਚਾਰ ਕੀਤਾ ਤਾਂ ਡਰੈਗਨ ਫਰੂਟ ਦੀ ਖੇਤੀ ਕਰਨ ਦੇ ਬਾਰੇ ਵਿਚਾਰ ਹੋਏ, ਸੋਚਿਆ ਜੀ ਅਸੀਂ। ਜਿਹੜਾ ਦਾ ਬੀ ਆ ਉਹ ਕਿੱਥੋਂ ਮਿਲਦਾ ਜੀ? ਇਹ ਸਰ ਬੀਜ ਤਾਂ ਹੁਣ ਆਪਣੇ ਅਵੇਲੇਬਲ ਇੱਥੇ ਪੰਜਾਬ ਦੇ ਵਿੱਚ ਹੀ ਹੋ ਜਾਂਦਾ ਜੀ। ਇਹ ਜੋ ਆਪਾਂ ਲੈ ਕੇ ਆਏ ਸੀ, ਆਪਾਂ ਰੰਗਾਬਾਦ ਤੋਂ ਲੈ ਕੇ ਆਏ ਸੀ। ਸਰ ਮੇਰਾ ਇਹ ਤੁਸੀਂ ਮੰਨ ਕੇ ਚਲੋ 1.25 ਲੱਖ ਦੇ ਗੇੜ ਖਰਚ ਆ ਗਿਆ ਸੀਗਾ ਜੀ। ਇਹ ਅੱਧੇ ਕਿੱਲੇ 'ਚ ਕਿੰਨੇ ਕੁ ਬੂਟੇ ਲੱਗੇ ਹੋਣਗੇ? ਅੱਧੇ ਕਿੱਲੇ ਦੇ ਵਿੱਚ ਇਹ ਮੇਰੇ ਲੱਗੇ ਹੋਏ ਸੀਗੇ ਜੀ 500 ਦੇ ਗੇੜ ਲੱਗਿਆ ਹੋਇਆ ਬੂਟਾ। ਮੈਂ ਤਾਂ ਸਰ ਇਹੀ ਮੈਸੇਜ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਜਿਨ੍ਹਾਂ ਦਾ ਇੱਥੇ ਵਧੀਆ ਸਰਕਲ ਚੱਲ ਰਿਹਾ ਔਰ ਜੋ ਬਾਹਰ ਜਾ ਕੇ ਕੰਮ ਕਰਨਾ ਚਾਹੁੰਦੇ ਨੇ, ਵੀ ਕਿਉਂ ਨਾ ਉਹ ਇੱਕ ਵਾਰ ਵੀ ਇਸ ਪਾਸੇ ਨੂੰ ਆ ਕੇ ਵੀ ਛੱਡ ਕੇ ਵੀ ਆਪਾਂ ਜਾਣੀ ਕਿ ਇਸ ਚੀਜ਼ ਨੂੰ ਆ ਕੇ ਅੱਗੇ ਵਧਾਈਏ, ਤਾਂ ਆਪਾਂ ਆਪਣੇ ਘਰਦਿਆਂ ਕੋਲ ਵੀ ਰਹਿ ਸਕੀਏ ਤੇ ਆਪਣੇ ਇੱਥੇ ਹੀ ਆਪਾਂ ਜਾਣੀ ਕਿ ਵਧੀਆ ਆਪਣਾ ਕੰਮਕਾਰ ਸੈੱਟ ਕਰ ਸਕਦੇ ਹਾਂ। ਸੋ ਕਿਸਾਨ ਤਾਂ ਅਗਾਂਹਵਧੂ ਸੋਚ ਅਪਣਾ ਰਹੇ ਨੇ, ਪਰ ਲੋੜ ਹੈ ਕਿ ਸਰਕਾਰ ਵੀ ਕਿਸਾਨਾਂ ਦਾ ਸਾਥ ਦੇਵੇ। ਫਾਸਟਵੇ ਨਿਊਜ਼ ਲਈ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਰਿਪੋਰਟ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਗਰਮੀਆਂ ਤੇ ਅਕਾਲੀ ਦਲ ਵੱਲੋਂ ਜੋਸ਼ੀਨਗਰ ਦੇ ਵਿੱਚ ਕੀਤੀ ਗਈ ਮੀਟਿੰਗ। ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਗਰੇਵਾਲ ਤੇ ਹਰਭਜਨ ਸਿੰਘ ਡੰਗ ਰਹੇ ਮੌਜੂਦ। ਆਗੂਆਂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ। ਬਦਲਦੇ ਮੌਸਮ ਤੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਦਿੱਤੀ ਚੇਤਾਵਨੀ, ਕਿਹਾ ਠੰਡ ਦੇ ਮੌਸਮ ਦਾ ਹੋਇਆ ਆਗਾਜ਼, ਝੋਨੇ ਦੀ ਕਟਾਈ ਵੀ ਹੋ ਸਕਦੀ ਹੈ ਲੇਟ। ਬਦਲਦੇ ਮੌਸਮ ਨੇ ਵਧਾਈ ਕਿਸਾਨਾਂ ਦੀ ਚਿੰਤਾ, ਝੋਨੇ ਦੀ ਕਟਾਈ ਨਾ ਹੋਣ ਕਾਰਨ ਕੰਬਾਈਨ ਮਾਲਕ ਵੀ ਪਰੇਸ਼ਾਨ। ਨੈਟ ਪਲੱਸ ਤੇ ਫਾਸਟਵੇ ਦੇਵੇਗਾ ਘਰ ਘਰ ਸਸਤੀ ਇੰਟਰਨੈਟ ਸੇਵਾ। 5 ਰੁਪਏ ਦੇ ਕੂਪਨ ਦੇ ਨਾਲ ਮਿਲ ਸਕਦੀ ਹੈ ਮਲਟੀ ਨੈਟ ਸਰਵਿਸ। ਕੇਂਦਰ ਦੀ ਸਕੀਮ ਦੇ ਤਹਿਤ ਮਿਲੇਗਾ ਲੋਕਾਂ ਨੂੰ ਅਨਲਿਮਿਟਿਡ ਇੰਟਰਨੈਟ। ਸਮਰਾਲਾ ਦਾ ਨੌਜਵਾਨ ਕਿਸਾਨ ਬਣਿਆ ਮਿਸਾਲ। 3 ਸਾਲਾਂ ਤੋਂ ਡਰੈਗਨ ਫਰੂਟ ਦੀ ਕਰ ਰਿਹਾ ਹੈ ਖੇਤੀ। ਘੱਟ ਲਾਗਤ ਦੇ ਨਾਲ ਕਮਾ ਰਿਹਾ ਹੈ ਵੱਧ ਮੁਨਾਫਾ। ਰਾਏਕੋਟ ਦੇ ਪਿੰਡ ਬਸੀਆਂ ਦੀ ਬਿਰਧ ਦੀ ਦਰਦਨਾਕ ਕਹਾਣੀ। ਪਤੀ ਤੇ ਪੁੱਤਰ ਦੀ ਮੌਤ ਤੋਂ ਬਾਅਦ ਅੱਤ ਦੀ ਗਰੀਬੀ ਕੱਟਣ ਨੂੰ ਹੈ ਮਜਬੂਰ। ਬਜ਼ੁਰਗ ਦੀ ਹਾਲਤ ਸਰਕਾਰ ਦੀ ਕਾਰਗੁਜ਼ਾਰੀ ਤੇ ਖੜੇ ਕਰਦੀ ਹੈ ਵੱਡੇ ਸਵਾਲ। ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ। ਬਾਬਾ ਸਾਹਿਬ ਦਲਿਤ ਫੋਰਸ ਦੇ ਵੱਲੋਂ ਉਪਰਾਲਾ। ਵਿਧਾਇਕ ਸੁਰਿੰਦਰ ਡਾਬਰ ਤੇ ਰਾਕੇਸ਼ ਪਾਂਡੇ ਰਹੇ ਮੌਜੂਦ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਲਿਆ ਹਿੱਸਾ। ਫਿਲਹਾਲ ਲੁਧਿਆਣਾ ਖਬਰਨਾਮਾ ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।